आओ पंजाब भारत पूरे विश्व की शांति ते खुशहाली लई मिल के इबादत ते प्रार्थना करिए। परमेश्वर सारिਆਂ ਨੂੰ आशीष देवे। सारी कलीसिया ਨੂੰ जय मसीह दी। ਅੱਜ ਦੇ ਦਿਨ ਦੇ ਲਈ ਇਸ ਘੜੀ ਲਈ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜੋ ਪਰਮੇਸ਼ਰ ਨੇ ਆਪਣੀ ਵੱਡੀ ਕਿਰਪਾ ਨੂੰ ਸਾਡੇ ਸਾਰਿਆਂ ਦੇ ਉੱਤੇ ਬਹਾਲ ਕੀਤਾ ਆ, ਸਾਨੂੰ ਸੰਭਾਲਿਆ ਆ, ਜਿਉਂਦੇ ਰੱਖਿਆ ਆ ਤੇ ਸਾਡੀਆਂ ਸਾਰੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਆ। ਸੋ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵੱਲ ਜਾਈਏ, ਜਿਸ ਵਚਨ ਦੇ ਵਿੱਚ ਜੀਵਨ ਤੇ ਜੀਵਨ ਨਾਲ ਜੁੜੀਆਂ ਹੋਈਆਂ ਸਾਰੀਆਂ ਹੀ ਆਸ਼ੀਸ਼ਾਂ ਆ। ਪਰਮੇਸ਼ਰ ਹਰ ਇੱਕ ਇਨਸਾਨ ਦੇ ਕੋਲੋਂ ਇਹ ਮੰਗ ਕਰਦਾ ਚਾਹੁੰਦਾ ਆ ਕਿ ਇਨਸਾਨ ਜਿਹੜਾ ਆ ਉਹ ਮਿਹਨਤ ਕਰਨ ਵਾਲਾ ਹੋਵੇ। ਮਿਹਨਤ ਕਰਨ ਵਾਲਿਆਂ ਨੂੰ ਪਰਮੇਸ਼ਰ ਪਿਆਰ ਕਰਦਾ ਆ ਔਰ ਮਿਹਨਤ ਕਰਨ ਵਾਲਿਆਂ ਦੇ ਉੱਤੇ ਪਰਮੇਸ਼ਰ ਪ੍ਰਸੰਨ ਹੁੰਦਾ ਆ। ਚਾਹੇ ਅਸੀਂ ਰੂਹਾਨੀ ਮਿਹਨਤ ਕਰਦੇ ਹਾਂ, ਚਾਹੇ ਅਸੀਂ ਜਿਸਮਾਨੀ ਲੋੜਾਂ ਜ਼ਰੂਰਤਾਂ ਲਈ ਮਿਹਨਤ ਕਰਦੇ ਹਾਂ, ਮਿਹਨਤੀ ਬੰਦੇ ਦੇ ਉੱਤੇ ਖੁਦਾ ਬਹੁਤ ਜ਼ਿਆਦਾ ਪ੍ਰਸੰਨ ਹੁੰਦਾ ਆ। ਕਿਉਂਕਿ ਜਿਹੜਾ ਮਿਹਨਤ ਕਰਦਾ ਆ ਪਰਮੇਸ਼ਰ ਉਹਦੀ ਮਿਹਨਤ ਨੂੰ ਆਸ਼ੀਸ਼ ਦਿੰਦਾ ਆ, ਬਰਕਤ ਦਿੰਦਾ ਆ ਔਰ ਉਸ ਨੂੰ ਵਧਾਉਂਦਾ ਆ। ਢੇਰ ਸਾਰੇ ਪ੍ਰੇਮੀਆਂ ਨੇ, ਨਵੀਆਂ ਨੇ ਆਪਣੀ ਜ਼ਿੰਦਗੀ 'ਚ ਇਸ ਗੱਲ ਦਾ ਤਜਰਬਾ ਪਾਇਆ ਆ ਜੋ ਅਸੀਂ ਪਾਕ ਕਲਾਮ ਦੇ ਵਿੱਚੋਂ ਥੋੜ੍ਹੇ ਸਮੇਂ ਦੇ ਵਿੱਚ ਸਿੱਖਣਾ ਆ। ਮਿਹਨਤ ਕਰਨੀ ਸਾਡੇ ਲਈ ਅਤੀ ਜ਼ਿਆਦਾ ਜ਼ਰੂਰੀ ਹੈ। ਜਿਹੜਾ ਬੰਦਾ ਮਿਹਨਤ ਨਹੀਂ ਕਰਦਾ ਉਹ ਬੇਈਮਾਨ ਬਣ ਜਾਂਦਾ, ਉਹ ਠੱਗ ਬਣ ਜਾਂਦਾ, ਚੋਰ ਬਣ ਜਾਂਦਾ, ਉਹ ਧੋਖਾਧੜੀ ਕਰਨ ਵਾਲਾ ਬਣ ਜਾਂਦਾ ਤੇ ਇਹੋ ਜਿਹੇ ਇਨਸਾਨਾਂ ਨੂੰ ਖੁਦਾ ਪਸੰਦ ਨਹੀਂ ਕਰਦਾ। ਜਿਹੜਾ ਮਿਹਨਤੀ ਹੈ ਪਰਮੇਸ਼ਰ ਉੱਤੇ ਖੁਸ਼ ਹੁੰਦਾ ਆ ਤੇ ਪਰਮੇਸ਼ਰ ਉਹਦੀ ਹੱਥਾਂ ਦੀ ਮਿਹਨਤ ਨੂੰ ਆਸ਼ੀਸ਼ ਦਿੰਦਾ ਆ। ਉਹਦੀ ਮਿਹਨਤ ਵਿਅਰਥ ਨਹੀਂ ਜਾਂਦੀ। ਰੂਹਾਨੀ ਤੌਰ 'ਤੇ ਵੀ ਸਾਡੇ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਮਿਹਨਤ ਕਰਨ ਵਾਲੇ ਬਣੀਏ। ਭਾਵ ਅਸੀਂ ਆਪਣਾ ਸਮਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਤੀਤ ਕਰਨ ਵਾਲੇ ਬਣੀਏ, ਪ੍ਰਾਰਥਨਾ ਕਰਨ ਵਾਲੇ ਬਣੀਏ, ਆਰਾਧਨਾ ਕਰਨ ਵਾਲੇ ਬਣੀਏ ਤੇ ਆਪਣਾ ਕੀਮਤੀ ਸਮਾਂ ਉਹਦੀ ਹਜ਼ੂਰੀ 'ਚ ਬਤੀਤ ਕਰਨ ਵਾਲੇ ਬਣੀਏ। ਜਿਹੜੇ ਮਿਹਨਤ ਕਰਦੇ ਨੇ ਉਹ ਸਦਾ ਵੰਡਣ ਵਾਲੇ ਬਣ ਜਾਂਦੇ ਨੇ। ਜਿਹੜੇ ਮਿਹਨਤ ਕਰਦੇ ਨੇ ਪਰਮੇਸ਼ਰ ਉਹਨਾਂ ਨੂੰ ਦੂਸਰਿਆਂ ਨੂੰ ਦੇਣ ਵਾਲੇ ਬਣਾਉਂਦਾ ਆ। ਜਿਹੜੇ ਮਿਹਨਤ ਨਹੀਂ ਕਰਦੇ ਉਹ ਸਦਾ ਤੇ ਸਾਰੀ ਉਮਰ ਮੰਗਣ ਵਾਲੇ ਬਣ ਜਾਂਦੇ ਨੇ, ਉਹ ਮੰਗਤੇ ਬਣਦੇ ਨੇ। ਪਰ ਜਿਹੜਾ ਮਿਹਨਤ ਕਰਦਾ ਆ ਉਹਨੂੰ ਪਰਮੇਸ਼ਰ ਦੇਣ ਵਾਲੇ ਬਣਾਉਂਦਾ ਆ। ਅੱਜ ਦੇ ਸਮੇਂ 'ਚ ਵੀ ਅਸੀਂ ਬਲੀਵਰ ਦੀ ਜ਼ਿੰਦਗੀ 'ਚ ਦੇਖਦੇ ਹਾਂ ਕਿ ਬਲੀਵਰ ਜਿਹੜਾ ਵਿਸ਼ਵਾਸੀ ਜਿਹੜਾ ਆ ਉਹ ਆਪ ਮਿਹਨਤ ਘੱਟ ਕਰਦਾ ਆ ਤੇ ਉਹ ਸੇਵਕ ਦੇ ਅੱਗੇ ਰੱਖਦਾ। ਫੋਨ ਲਾਓ ਜੀ, ਕੋਈ ਪ੍ਰੋਬਲਮ ਆ ਗਈ, ਹਾਂਜੀ ਜੀ ਸਾਡੇ ਲਈ ਦੁਆ ਕਰ ਦਿਓ, ਸਾਡੇ ਲਈ ਪ੍ਰਾਰਥਨਾ ਕਰ ਦਿਓ। ਪ੍ਰਾਰਥਨਾ ਕਰਾਉਣੀ ਮਾੜੀ ਗੱਲ ਨਹੀਂ, ਪਰ ਪ੍ਰਾਰਥਨਾ ਕਰਨੀ ਉਸ ਤੋਂ ਵੀ ਚੰਗੀ ਗੱਲ ਹੈ। ਜਿਹੜੀਆਂ ਜ਼ਿੰਦਗੀਆਂ ਖੁਦ ਮਿਹਨਤ ਕਰਦੀਆਂ ਆ ਪਰਮੇਸ਼ਰ ਉਹਨਾਂ ਨੂੰ ਦੂਸਰਿਆਂ ਲਈ ਬਰਕਤ ਦਾ ਕਾਰਨ ਬਣਾਉਂਦਾ ਆ, ਆਸ਼ੀਸ਼ ਦਾ ਕਾਰਨ ਬਣਾਉਂਦਾ ਆ। ਇਸ ਲਈ ਬਹੁਤ ਸੌਖਾ ਜਿਹਾ ਲੱਭ ਲਿਆ ਮਸਲਾ, ਸੌਖੀ ਜਿਹੀ ਗੱਲ ਸਮਝ ਲਈ ਆ ਵੀ ਕੋਈ ਪ੍ਰੋਬਲਮ ਆ ਗਈ, ਕੁਛ ਆ ਗਈ, ਆਪ ਦੁਆ ਨਹੀਂ ਕਰਨੀ, ਆਪ ਖੁਦਾ ਦੀ ਹਜ਼ੂਰੀ 'ਚ ਬੈਠਣਾ ਨਹੀਂ, ਆਪ ਸਮਾਂ ਨਹੀਂ ਬਤੀਤ ਕਰਨਾ ਤੇ ਪ੍ਰੇਰ ਕਰਾਉਣ ਦੇ ਲਈ ਫੋਨ ਲਾ ਦਿਓ ਜੀ ਸੇਵਕਾਂ ਨੂੰ ਪ੍ਰੇਰ ਕਰਾ ਲਓ। ਇਸ ਲਈ ਮੇਰੇ ਭਾਈ ਭੈਣੋ, ਪ੍ਰੇਰ ਕਰਾਉਣੀ ਮਾੜੀ ਗੱਲ ਨਹੀਂ, ਪਰ ਪ੍ਰੇਰ ਕਰਨੀ, ਆਪਣਾ ਸਮਾਂ ਪਰਮੇਸ਼ਰ ਦੀ ਹਜ਼ੂਰੀ 'ਚ ਬਤੀਤ ਕਰਨਾ ਇਹ ਬਹੁਤ ਸ੍ਰੇਸ਼ਟ ਗੱਲ ਹੈ। ਔਰ ਇਹੋ ਜਿਹੀਆਂ ਜ਼ਿੰਦਗੀਆਂ ਨੂੰ ਪਰਮੇਸ਼ਰ ਦੁਨੀਆ ਦੇ ਲਈ ਬਰਕਤ ਦਾ ਕਾਰਨ ਬਣਾਉਂਦਾ ਆ। ਇਸ ਲਈ ਅਸੀਂ ਰੂਹਾਨੀ ਮਿਹਨਤ ਕਰਨ ਵਾਲੇ ਵੀ ਬਣੀਏ ਤੇ ਅਸੀਂ ਜਿਸਮਾਨੀ ਮਿਹਨਤ ਕਰਨ ਵਾਲੇ ਵੀ ਬਣੀਏ। ਫਿਰ ਅਸੀਂ ਇਮਾਨਦਾਰ ਬਣਾਂਗੇ, ਇਸ ਸੰਸਾਰ 'ਚ ਰਹਿੰਦਿਆਂ ਵੀ ਇਮਾਨਦਾਰ ਬਣਾਂਗੇ ਤੇ ਰੂਹਾਨੀ ਤੌਰ 'ਤੇ ਵੀ ਇਮਾਨਦਾਰ ਬਣਾਂਗੇ। ਕਿਉਂਕਿ ਵਿਸ਼ਵਾਸੀ ਦਾ ਮਤਲਬ ਇਮਾਨਦਾਰ। ਜਿਹੜੀ ਜ਼ਿੰਦਗੀ ਇਮਾਨਦਾਰ ਬਣਦੀ ਆ ਉਹ ਜ਼ਿੰਦਗੀ ਖੁਦਾ ਦੀਆਂ ਬਰਕਤਾਂ ਨੂੰ ਪ੍ਰਾਪਤ ਕਰਦੀ ਹੈ। ਇਸ ਲਈ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਨੂੰ ਸੁਣਨ ਵਾਸਤੇ ਜਾ ਰਹੇ ਹਾਂ। ਕਹੌਤਾਂ ਦੀ ਪੁਸਤਕ
14 ਅਧਿਆਏ ਉਹਦੀ 23 ਐਤ ਪੜ੍ਹੀਏ ਤੇ ਧਿਆਨ ਦੇ ਨਾਲ ਸੁਣੀਏ। ਬੜਾ ਜ਼ਬਰਦਸਤ ਮੈਸੇਜ ਹੈ ਇੱਕ ਹਰ ਵਿਸ਼ਵਾਸੀ ਦੇ ਲਈ, ਜਿਹੜਾ ਸੁਸਤੀ, ਆਲਸ, ਲਾਪਰਵਾਹੀ ਕਰਦਾ ਆ ਉਹਦੇ ਲਈ ਬੜਾ ਜ਼ਬਰਦਸਤ ਮੈਸੇਜ ਆ। ਉਹਦੇ ਸਾਰੇ ਸਵਾਲਾਂ ਦਾ ਉੱਤਰ ਜਿਹੜਾ ਆ ਉਹ ਪਰਮੇਸ਼ਰ ਦੇ ਵਚਨ ਦੇ ਵਿੱਚ ਹੈ। ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਹਾਂਜੀ, ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ। ਲਓ ਜੀ, ਧਿਆਨ ਨਾਲ ਸੁਣੀਏ। ਆਪਾਂ ਸਦਾ ਹੀ ਖੱਟੀ ਚਾਹੁੰਦੇ ਹਾਂ, ਸਦਾ ਹੀ ਬਰਕਤ ਚਾਹੁੰਦੇ ਹਾਂ। ਕਹਾਵਤਾਂ ਦੀ ਪੁਸਤਕ ਜ਼ਬੂਰਾਂ ਦੇ ਨਾਲ ਹੈ, ਕਹਾਵਤਾਂ ਦੀ ਪੁਸਤਕ 14 ਅਧਿਆਏ ਉਹਦੀ 23 ਐਤ। ਜਿਹੜੇ ਸਦਾ ਹੀ ਖੱਟੀ ਚਾਹੁੰਦੇ ਆ, ਸਦਾ ਹੀ ਬਰਕਤ ਚਾਹੁੰਦੇ ਆ, ਜਿਹੜੇ ਚਾਹੁੰਦੇ ਸਦਾ ਹੀ ਪਰਮੇਸ਼ਰ ਦਾ ਅਨੁਗ੍ਰਹਿ ਬਣਿਆ ਰਵੇ, ਉਹਨਾਂ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਉਹ ਮਿਹਨਤ ਕਰਨ। ਆਰਥਿਕ ਤੌਰ ਤੇ ਵੀ ਮਿਹਨਤੀ ਬਣਨ ਤੇ ਰੂਹਾਨੀ ਤੌਰ ਤੇ ਵੀ ਮਿਹਨਤ ਕਰਨ ਵਾਲੇ ਬਣਨ। ਮਿਹਨਤ ਕਰਨ ਵਾਲਿਆਂ ਨੂੰ ਖੁਦਾ ਬੜਾ ਪਿਆਰ ਕਰਦਾ ਆ ਔਰ ਮਿਹਨਤ ਕਰਨ ਵਾਲੇ ਪਰਮੇਸ਼ਰ ਦੀਆਂ ਸਾਰੀਆਂ ਬਰਕਤਾਂ ਦੇ ਹੱਕਦਾਰ ਬਣਦੇ ਆ। ਜਿਹੜਾ ਬੰਦਾ ਮਿਹਨਤ ਨਹੀਂ ਕਰਦਾ ਉਹ ਬੇਈਮਾਨ ਬਣ ਜਾਂਦਾ, ਉਹ ਠੱਗੀ ਕਰਨ ਵਾਲਾ, ਧੋਖਾ ਦੇਣ ਵਾਲਾ ਬਣ ਜਾਂਦਾ ਆ। ਤੇ ਇਹੋ ਜਿਹੇ ਇਨਸਾਨਾਂ ਦੇ ਉੱਤੇ ਖੁਦਾ ਖੁਸ਼ ਨਹੀਂ ਹੁੰਦਾ। ਇਹੋ ਜਿਹੇ ਇਨਸਾਨਾਂ ਦੀ ਉੱਨਤੀ ਤੇ ਤਰੱਕੀ ਨਹੀਂ ਹੁੰਦੀ। ਠੱਗੀ, ਬੇਈਮਾਨੀ ਕਰਨ ਵਾਲੇ, ਆਲਸੀ, ਸੁਸਤ, ਲਾਪਰਵਾਹ, ਉਹਨਾਂ ਦੀ ਜ਼ਿੰਦਗੀ ਕੱਚੇ ਰਸਤੇ ਵਰਗੀ ਹੈ। ਅਸੀਂ ਸਾਰੇ ਹੀ ਜਾਣਦੇ ਹਾਂ, ਕੱਚਾ ਰਸਤਾ ਪਤਾ ਨਹੀਂ ਕਦੋਂ ਬੰਦ ਹੋ ਜਾਣਾ, ਕੱਚਾ ਰਸਤਾ ਪਤਾ ਨਹੀਂ ਅੱਗੇ ਜਾ ਕੇ ਕਿੱਥੇ ਖਤਮ ਹੋ ਜਾਣਾ। ਪਰ ਜਿਹੜੇ ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰਦੇ ਆ, ਮਿਹਨਤ ਕਰਦੇ ਆ, ਆਪਣਾ ਸਮਾਂ ਖੁਦਾ ਦੀ ਹਜ਼ੂਰੀ 'ਚ ਬਤੀਤ ਕਰਦੇ ਆ ਤੇ ਇਹ ਸੰਸਾਰਿਕ ਕੰਮਾਂ 'ਚ ਵੀ ਮਿਹਨਤੀ ਬਣਦੇ ਆ, ਉਹਨਾਂ ਦੀ ਜ਼ਿੰਦਗੀ ਜੀਟੀ ਰੋਡ ਵਰਗੀ ਹੈ। ਲਿਖਿਆ ਆ ਕਹਾਵਤਾਂ ਦੇ ਵਿੱਚ ਹੀ, ਧਰਮੀਆਂ ਦਾ ਰਾਹ ਸ਼ਾਹ ਮਾਰਗ ਵਾ, ਰਾਜਿਆਂ ਵਾਲਾ ਮਾਰਗ। ਜਦੋਂ ਕਿਸੇ ਪਾਤਸ਼ਾਹ ਨੇ, ਕਿਸੇ ਐਮਐਲਏ, ਕਿਸੇ ਲੀਡਰ ਨੇ ਗੁਜ਼ਰਨਾ ਹੋਵੇ, ਉਹਨਾਂ ਦੇ ਲਈ ਰਸਤੇ ਕਲੀਅਰ ਹੋ ਜਾਂਦੇ ਆ, ਰਸਤੇ ਸਫਾ ਹੋ ਜਾਂਦੇ ਆ। ਕਲਾਮ ਦੇ ਵਿੱਚ ਲਿਖਿਆ, ਧਰਮੀਆਂ ਦਾ ਮਾਰਗ ਸ਼ਾਹ ਰਾਹ ਆ, ਉਹਨਾਂ ਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਆਉਂਦੀ, ਬਲਕਿ ਉਹ ਪਰਮੇਸ਼ਰ ਦੀਆਂ ਵੱਡੀਆਂ ਬਰਕਤਾਂ ਦੇ ਹੱਕਦਾਰ ਬਣਦੇ ਆ। ਇਸ ਲਈ ਜਦੋਂ ਅਸੀਂ ਬਲੀਵਰ ਹਾਂ, ਵਿਸ਼ਵਾਸੀ ਹਾਂ, ਇਹਦਾ ਮਤਲਬ ਇਮਾਨਦਾਰ, ਤੇ ਇਮਾਨਦਾਰ ਦੇ ਲਈ ਜ਼ਰੂਰੀ ਆ ਵੀ ਉਹ ਮਿਹਨਤੀ ਹੋਵੇ, ਆਪਣਾ ਸਮਾਂ ਰੱਬ ਦੀ ਹਜ਼ੂਰੀ 'ਚ ਬਤੀਤ ਕਰਨ ਵਾਲਾ ਹੋਵੇ, ਦੁਆ ਪ੍ਰਾਰਥਨਾ ਕਰਨ ਵਾਲਾ ਹੋਵੇ, ਆਰਾਧਨਾ ਕਰਨ ਵਾਲਾ ਹੋਵੇ। ਉਹ ਸੁਸਤ ਤੇ ਆਲਸ ਤੇ ਲਾਚਾਰੀ ਵਾਲਾ ਨਾ ਹੋਵੇ, ਬਲਕਿ ਇਮਾਨਦਾਰੀ ਦੇ ਨਾਲ ਖੁਦਾ ਦੇ ਕੰਮ ਕਰਨ ਵਾਲਾ ਹੋਵੇ। ਉਹਨਾਂ ਲਈ ਆਸ਼ੀਸ਼ ਹੈ, ਉਹਨਾਂ ਲਈ ਪ੍ਰਤਿਗਿਆ ਆ। ਫਿਰ ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਕਹਾਵਤਾਂ ਦੀ ਪੁਸਤਕ 14 ਅਧਿਆਏ ਉਹਦੀ 23 ਐਤ। ਹਾਂਜੀ, ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ। ਲਓ ਜੀ, ਜਿਹੜੇ ਚਾਹੁੰਦੇ ਸਦਾ ਹੀ ਖੱਟੀ ਹੋਵੇ, ਜਿਹੜੇ ਚਾਹੁੰਦੇ ਰੋਜ਼ ਸਾਡੇ ਲਈ ਬਰਕਤ ਵਾਲਾ ਸਮਾਂ ਆਵੇ, ਜਿਹੜੇ ਚਾਹੁੰਦੇ ਰੋਜ਼ ਸਾਡੇ ਲਈ ਪਲ ਚੰਗੇ ਆਉਣ, ਉਹਨਾਂ ਲਈ ਜ਼ਰੂਰਤ ਹੈ ਕਿ ਉਹ ਸੱਜਾ ਖੱਬਾ ਨਾ ਵੇਖਣ, ਉਹ ਆਪਣਾ ਸਮਾਂ ਵਿਅਰਥ ਨਾ ਗਵਾਉਣ, ਬਲਕਿ ਉਹ ਸਮਾਂ ਆਪਣਾ ਰੱਬ ਦੀ ਹਜ਼ੂਰੀ 'ਚ ਬਤੀਤ ਕਰਨ। ਜੇ ਕਰੋਨਾ ਦੇ ਕਾਰਨ ਲੋਕਡਾਊਨ ਹੈ, ਜੇ ਅਸੀਂ ਆਰਥਿਕ ਤੌਰ ਤੇ ਕੋਈ ਕੰਮ ਨਹੀਂ ਕਰ ਸਕਦੇ, ਜੇ ਗੌਰਮੈਂਟ ਦੀ ਗਾਈਡਲਾਈਨ ਦੇ ਅਨੁਸਾਰ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਤੇ ਇੱਕ ਬਲੀਵਰ ਦੇ ਲਈ ਤਾਂ ਬਹੁਤ ਜ਼ਬਰਦਸਤ ਇਹ ਸਮਾਂ ਆ। ਇੱਕ ਵਿਸ਼ਵਾਸੀ ਦੇ ਲਈ ਤਾਂ ਬਹੁਤ ਕੀਮਤੀ ਸਮਾਂ ਆ ਵੀ ਇਹ ਸਮਾਂ ਜਿਹੜਾ ਆ ਪਰਮੇਸ਼ਰ ਦੀ ਹਜ਼ੂਰੀ 'ਚ ਬੈਠ ਕੇ ਬਤੀਤ ਕੀਤਾ ਜਾਵੇ, ਪ੍ਰਾਰਥਨਾ 'ਚ ਬਤੀਤ ਕੀਤਾ ਜਾਵੇ, ਆਰਾਧਨਾ 'ਚ ਬਤੀਤ ਕੀਤਾ ਜਾਵੇ, ਆਪਣੇ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਵਿੱਚ ਬਤੀਤ ਕੀਤਾ ਜਾਵੇ। ਆਰਥਿਕ ਤੌਰ ਤੇ ਬਾਹਰ ਅਸੀਂ ਜਾ ਕੇ 200, 400, 500 ਰੁਪਈਆ ਇੱਕ ਦਿਨ 'ਚ ਕਮਾ ਸਕਦੇ, 1000 ਵੀ ਕਮਾ ਸਕਦੇ ਹਾਂ। ਪਰ ਜੇ ਇੱਕ ਦਿਨ ਅਸੀਂ ਰੱਬ ਦੀ ਹਜ਼ੂਰੀ ਦੇ ਵਿੱਚ ਬੈਠਾਂਗੇ, ਉਹ ਦਿਨ ਜਿਹੜਾ ਲੋਕਡਾਊਨ ਦਾ ਦਿਨ ਆ, ਜੇ ਇਹ ਦਿਨ ਤੁਸੀਂ ਖੁਦਾ ਦੀ ਹਜ਼ੂਰੀ 'ਚ ਬੈਠ ਗਏ ਨਾ, ਤਾਂ ਇਹਦੀ ਕੀਮਤ ਕਿੰਨੀ ਆ। ਦਾਊਦ ਜਿਹੜਾ ਸੁਲੇਮਾਨ ਦਾ ਪਿਤਾ, ਜਿਹਨੇ ਕਹਾਵਤਾਂ ਲਿਖੀਆਂ, ਸ੍ਰੇਸ਼ਟ ਗੀਤ ਲਿਖਿਆ, ਉਪਦੇਸ਼ਕ ਦੀ ਪੋਥੀ ਲਿਖੀ, ਉਹਦਾ ਪਿਤਾ ਦਾਊਦ ਬਿਆਨ ਕਰਦਾ ਆ। ਪੜ੍ਹੋ, ਧਿਆਨ ਨਾਲ ਸੁਣੋ, ਇੱਕ ਦਿਨ ਦੀ ਕਿੰਨੀ ਵੈਲਿਊ ਆ, ਇੱਕ ਦਿਨ ਦੀ ਕਿੰਨੀ ਕੀਮਤ ਹੈ। ਉਹ ਜਿਹੜੇ ਪਲ ਤੁਸੀਂ ਖੁਦਾ ਦੀ ਹਜ਼ੂਰੀ 'ਚ ਬੈਠ ਕੇ ਬਤੀਤ ਕਰਦੇ ਹੋ, ਉਹ ਦੁਨੀਆ ਦੀ ਹਰ ਚੀਜ਼ ਨਾਲੋਂ ਕੀਮਤੀ ਹੈ। 84 ਜ਼ਬੂਰ ਉਹਦੀ 10 ਐਤ ਪੜ੍ਹੋ, ਧਿਆਨ ਦੇ ਨਾਲ ਸੁਣੋ
ਕਿੰਨੀ ਕੀਮਤ ਵਾ ਇੱਕ ਦਿਨ ਦੀ। ਜੇ ਲੋਕਡਾਊਨ ਆ, ਜੇ ਅਸੀਂ ਸੰਸਾਰਿਕ ਕੰਮ ਨਹੀਂ ਕਰ ਸਕਦੇ ਤਾਂ ਇਹ ਦਿਨ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੋ ਸਕਦਾ ਆ, ਬਹੁਤ ਦੁਰਲੱਭ ਹੋ ਸਕਦਾ ਆ। ਜੇਕਰ ਅਸੀਂ ਇਹਦਾ ਭੇਤ ਪਾ ਲਈਏ ਤੇ ਸਾਡੇ ਲਈ ਕਿੰਨੀ ਬਰਕਤ ਆਊਗੀ, ਕਿੰਨੀ ਆਸ਼ੀਸ਼ ਆਊਗੀ। ਪੜ੍ਹੀਏ, ਧਿਆਨ ਦੇ ਨਾਲ ਸੁਣੀਏ। 84 ਜ਼ਬੂਰ ਉਹਦੀ 10 ਐਤ। ਹਾਂਜੀ, ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ 1000 ਦਿਨਾਂ ਨਾਲੋਂ ਚੰਗਾ ਹੈ। ਇਹ ਦਾਊਦ ਆਪਣੇ ਤਜਰਬੇ ਦੇ ਵਿੱਚ ਬਿਆਨ ਕਰਦਾ ਆ। ਹੋ ਸਕਦਾ ਸੀ ਇੱਕ ਦਿਨ 'ਚ 200, 400, 500, 700, 1000 ਰੁਪਈਆ ਕਮਾ ਲਵਾਂਗੇ। ਜੇ 1000 ਰੁਪਈਆ ਨਹੀਂ ਕਮਾਵਾਂਗੇ ਤਾਂ ਇਹ ਇੱਕ ਦਿਨ, ਜੇ ਤੁਸੀਂ ਰੱਬ ਦੀ ਹਜ਼ੂਰੀ 'ਚ ਬੈਠੋਗੇ ਤੇ ਇਹ 1000 ਦਿਨ ਦੇ ਨਾਲੋਂ ਵੀ ਕੀਮਤੀ ਆ ਪਰਮੇਸ਼ਰ ਦੀ ਦਰਗਾਹ ਦੇ ਵਿੱਚ। ਜਿਹੜਾ ਇੱਕ ਦਿਨ ਤੁਸੀਂ ਖੁਦਾ ਦੀ ਹਜ਼ੂਰੀ 'ਚ ਬਤੀਤ ਕਰੋਗੇ, ਇੱਕ ਦਿਨ ਖੁਦਾ ਦੀ ਹਜ਼ੂਰੀ 'ਚ ਮਿਹਨਤ ਕਰੋਗੇ, ਪ੍ਰਾਰਥਨਾ ਕਰੋਗੇ ਤਾਂ ਇਹਦੀ ਵੈਲਿਊ ਕਿੰਨੀ ਆ, ਇਹਦੀ ਆਸ਼ੀਸ਼ ਕਿੰਨੀ ਮਿਲੇਗੀ। ਇੱਕ ਦਿਨ 'ਚ ਜੇ ਅਸੀਂ 500-700 ਰੁਪਈਆ ਨਹੀਂ ਕਮਾਵਾਂਗੇ, ਰੱਬ ਦੀ ਹਜ਼ੂਰੀ 'ਚ ਬੈਠਾਂਗੇ ਤੇ ਇਹ ਰੱਬ ਦੇ ਪ੍ਰੇਮੀਆਂ ਨੇ ਤਜਰਬਾ ਪਾਇਆ ਆ। ਮਿਹਨਤੀ ਨੂੰ ਸਦਾ ਖੱਟੀ ਹੁੰਦੀ ਹੈ। ਮਿਹਨਤੀ ਦਾ ਕੋਈ ਨੁਕਸਾਨ ਨਹੀਂ ਹੁੰਦਾ, ਪਰ ਬੰਦਾ ਮਿਹਨਤ ਕਰਨ ਵਾਲਾ ਬਣੇ, रूहानी तौर पर भी और आर्थिक तौर पर भी। जे आर्थिक तौर पर मेहनत ਕਰਨ 'ਚ ਸਾਡੇ ਲਈ रुकावट है, लॉकडाउन के कारण, करोना के कारण, किसी प्रॉब्लम के कारण, तो वो समा साडे कोल हैगा आ कि असी रब की हजूरी 'ਚ बैठीए। ਇਹਦੀ किन्नी कीमत है, पढ़िए ध्यान नाल सुनिए। फिर 84 ਜ਼ਬੂਰ ਇਹਦੀ 10 ਐਤ। ਹਾਂਜੀ, तेरी दरगाह विच तां एक दिन 1000 दिनां नालों चंगा है। हाँ, हे परमेश्वर, तेरी दरगाह, तेरी हजूरी दे विच एक दिन जिहड़ा बतीत करना आ दुनिया के 1000 दिनां नालों की है, 1000 दिनां दे नालों चंगा आ। एक साल च 365 दिन हुंदे ने। ਹੁਣ 1000 दिन की काउंटिंग करके देखो भी कितना समा बनता। लगभग 3.25 साल बनते आ। लगभग 1000 दिन दे विच 3.25 साल के करीब 3.25 साल तो भी ज़्यादा समा बनता आ। तुसी विचार करके देखो, जिहड़ा एक दिन प्रार्थना दे विच आराधना चौधी हजूरी च बतीत करते हो। इसे लई खुदा दा पवित्र वचन सिखाउंदा आ कि मेहनत नाल सदा ही खट्टी हुंदी है। मेहनत ही करन वाला इंसान सदा ही खुदा दीआं रहमतां प्राप्त करदा आ। असी पिछले समय तो सुन रहे सी याकूब दे बारे, कदों कदों घरों निकलिया, 20 सालां बाद वापस आया। 20 साल उन्हें सख्त मेहनत की, कड़ाके की मेहनत की, ते खुदा ने ਉਹਨੂੰ ਹੀ ਤਾਂ बरकत ਦਿੱਤੀ ਉਹਦੇ ਭਰਾ ईसाऊ ਨੂੰ भी बरकत दे ਦਿੱਤੀ, सारी दुनिया ਲਈ बरकत ਦਾ ਕਾਰਨ ਬਣਾ ਦਿੱਤਾ। रूथ ਦੇ ਬਾਰੇ ਅਸੀਂ ਪੜ੍ਹਦੇ ਹਾਂ, ਜਦੋਂ ਆਪਣੀ ਸੱਸ ਦੇ ਨਾਲ ਮੁੜ ਕੇ ਉਹ ਬੈਤਲਹਮ ਦੇ ਵਿੱਚ ਆਈ ਤੇ ਵਾਢੀ ਦੇ ਦਿਨ ਸਨ, ਜੌਆਂ ਦੀ ਖੇਤੀ ਹੋ ਰਹੀ ਸੀ ਤੇ ਉਹਨੇ ਕੜਾਕੇ ਦੀ ਵਾਢੀ ਦੇ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ रूथ ਨੂੰ परमेश्वर ने सारी दुनिया ਲਈ बरकत ਦਾ ਕਾਰਨ ਬਣਾਇਆ। मेहनती बंदे नूं कदी घाटा नहीं पैंदा, पर मेहनत करने वाले बणीए, ईमानदार बणीए, खुदा दे काम करने वाले बणीए। आर्थिक तौर पर मेहनत करने वालियां नूं भी खुदा वड्डियां आशीषां दे नाल भरदा। पढ़िए कहोतां दी पुस्तक, फिर ध्यान दे नाल सुनिए। 14 अध्याय ओदी 23 है। मेहनत नाल सदा खट्टी हुंदी आ। मेहनत नाल सदा ही खट्टी हुंदी आ, पर बुल्लां दी बकवास नाल तां थोड़ी ही रहिंदी है। एक बंदा मेहनत करदा ते दूजा बंदा जिहड़ा आ वो बुल्लां ते जोर रखदा, बोलण ते जोर रखदा, वो गल्लां बातां दे विच ही घर पूरा करदा आ। जिहड़ा गल्लां बातां दे विच घर पूरा करदा उहनूं थुड़ रवेगी। जिहड़ा काम कोई नहीं करदा, मेहनत कोई नहीं करदा, समर्पण कोई नहीं करदा, सिर्फ बुल्लां दे उत्ते जोर ही है, बुल्लां दे नाल ही अपने आप नूं सिद्ध करदा आ वे मैं काम करदा आ। सो इसलिए मेहनत करने वालियां नूं खुदा अपनियां आशीषां दे नाल भरदा आ। मेहनती बंदे दे उत्ते परमेश्वर प्रसन्न हुंदा आ। रूहानी तौर पर भी समा प्रार्थना दे विच बतीत करिए। पांतेकुस्त दे दिन ते जदों पवित्र आत्मा प्रभु यीशु दे वादे दे अनुसार उतरिया, उस तो पहलां 10 दिन 120 दे करीब लगातार प्रार्थना करते रहे। 10 दिन की मेहनत का फल सी
कि पवित्र आत्मा एक नेरी दे रूप दे विच उतरिया। नेरी वर्गी गूंज आई, जिथे वो बैठे सन सारे ही पवित्र आत्मा नाल भर गए। अलग अलग बोलियां बोलनियां शुरू कर दित्तियां। इकरार पूरा होने तो पहला 10 दिन तक वो लगातार प्रार्थना करते रहे। तुसी खुदा दे वादियां नूं पा सकदे हो, पर तुहाडी जिंदगी मेहनत वाली होनी चाहिदी है, क्योंकि मेहनत नाल सदा ही खट्टी हुंदी है। हुण 13 अध्याय ओदी 11 ऐत पढ़िए, कहावतां दी पुस्तक। हाँ जी, ਐਵੇਂ ਕਿਵੇਂ ਦਾ ਧਨ ਘਟ ਜਾਵੇਗਾ। लो जी सुन लईए ध्यान नाल। जो कुछ कलाम च लिखिया आ टल सच्चाई आ ते इहने पूरा होना ही होना आ। इंसान दे शब्द जिहड़े आ हेर फेर हो सकदा आ, पर यह खुदा दे शब्द है, ये खुदा दे मुख चों निकले आ, ये पवित्र आत्मा दे द्वारा निकले हुए आ। नबी आप नहीं बोलते सी, पवित्र आत्मा उन्हां नूं अकसाउंदा सी। इसलिए तमोथियस दे वचन च लिखिया सारी लिखत परमेश्वर दे आत्मा तो है। बई परमेश्वर दा बंदा कामल बने, धर्म दे काम करन दी आदत पाउंदा आ कलाम। सारी लिखत खुदा दे आत्मा तो है, चाहे उत्पत, चाहे प्रकाश दी पोथी ते चाहे 66 किताबां। इसलिए साडे उद्धारकर्ता प्रभु यीशु मसीह ने कहा, त्रेत दी एक बिंदी भी टलूगी नहीं, एक बिंदी भी पूरी होनी है। जिहड़े बाइबल दे विच लिखे गए वचन ने, एक बिंदी भी पूरी होनी है। इसलिए सानू हमेशा जे असी किरपा नूं लैणा आ ते सानू वचन दे प्रति वफादार होना चाहिए। पढ़िए 13 अध्याय ओदी 11 ऐत। हाँ जी, ਐਵੇਂ ਕਿਵੇਂ ਦਾ ਧਨ ਘਟ ਜਾਵੇਗਾ। ਐਵੇਂ ਕਿਵੇਂ ਦਾ मतलब सज्जे खब्बे हथ मारिओ, ठगी बेईमानी धोखा धड़ी कीता होया, छल कपट दे नाल कोई सज्जे खब्बेों खिंचिया होया। ਐਵੇਂ ਕਿਵੇਂ ਦਾ ਜਿਹਦੇ ते कोई साडा हक ही नहीं, कोई साडा अधिकार ही नहीं गा, असी उस चीज़ दे मालिक ही नहीं गे। ਐਵੇਂ ਕਿਵੇਂ ਦਾ ਜਿਹਦੇ च कोई मेहनत ही नहीं कीती। कई बार आपां कहने तूं ਐਵੇਂ मालिक बनी जांदा, इहदा मतलब है तेरा हक तां कोई भी नहीं गा। ਐਵੇਂ ਕਿਵੇਂ ਦਾ ਜਿਹਦੇ ते साडा कोई हक नहीं, अधिकार नहीं गा। ਐਵੇਂ ਕਿਵੇਂ ਦਾ धन घट जावेगा, ਉਹਦਾ वाधा नहीं होवेगा, ਉਹ जिंदगी का वाधा नहीं होवेगा। अगे पूरी आयत पढ़ दिओ। पर मेहनत ਦਾ ਧਨ ਵੱਧ ਜਾਵੇਗਾ। हाँ, पर मेहनत का धन वध जावेगा। हालेलुया। मेहनती बनिए, अपना समा प्रार्थना च हजूरी च बतीत करने वाले बनिए, हत्थां दे नाल मेहनत करने वाले बनिए, ते खुदा अपनियां रहमतां बहाल करेगा। इसलिए जिथे परमेश्वर का वचन सुलेमान बयान करता है, उत्थे यशाया नबी भी इस गल नूं बयान करता है। पढ़िए यशाया नबी की पुस्तक 65 अध्याय ओदी 23 ऐत, 128 जबूर ओदी पहली ते दूसरी ऐत। हाँ जी, ਉਹ ਵਿਅਰਥ ਮਿਹਨਤ ਨਾ ਕਰਨਗੇ। लो जी, जेड़े रब दे बंदे आ, जेड़े ओदे प्रेमी आ, उपासक है, विश्वासी आ, बलीवर है, रास्तबाज है, धर्मी है, उन्हां दी मेहनत व्यर्थ नहीं जावेगी। मेहनत उन्हां दी व्यर्थ जांदी आ जेड़े बेईमान ने, ठगी करन वाले ने, हेरा फेरी करन वाले ने, सज्जे खब्बे हथ मारन वाले ने, भी एवें कुछ मिल जावे। कलाम बयान करदा आ, नबियां दे द्वारा खुदा ने इन्हां गल्लां नूं प्रगट कीता। पढ़िए फिर ध्यान नाल सुनिए 65 ओदी 23 ऐत। हाँ जी, ਉਹ ਵਿਅਰਥ ਮਿਹਨਤ ਨਾ रब ਕਰਨਗੇ। दे बंदे वो व्यर्थ मेहनत नहीं करनगे, उन्हां दी मेहनत व्यर्थ नहीं जावेगी। परमेश्वर अपनी कृपा उन्हां ते बहाल करेगा। पूरी ऐत पढ़िए। हाँ, ਉਹ ਵਿਅਰਥ ਮਿਹਨਤ ਨਾ ਕਰਨਗੇ, ना कलेश ਲਈ ਜਮਾਉਣਗੇ। हाँ, उन्हां तो पैदा होने वाली अंश तो भी कलेश नहीं होवेगा। ये खुदा दी प्रतिज्ञा आ। चाहे हत्थां नाल मेहनत करदे आ, चाहे शरीर दे फल दी गल है, खुदा शरीर दे फल पुत्रां धीआं नूं भी आशीष देवेगा। ये उन्हां जिंदगियां लई जिहड़े ईमानदार ने, जिहड़े वफादार ने, जिहड़े परमेश्वर दे वचन दे अनुसार अपनी जिंदगी बतीत करदे ने, उन्हां दे लई खुदा दी ये प्रतिज्ञा आ। ਐਵੇਂ ਕਿਵੇਂ ਦਾ ਧਨ ਘਟ ਜਾਵੇਗਾ, पर मेहनत ਦਾ ਧਨ ਵੱਧ। मेहनत नाल सदा ही खट्टी हुंदी है, बुल्लां दे बकवास दे नाल थोड़ ही रवेगी। 128 जबूर पहली ते दूसरी ऐत पढ़िए, ध्यान दे नाल सुनिए। दाऊद भी अपने तजर्बे च इस गल नूं बयान करदा आ।
ਹਾਂਜੀ। ਧਨ ਹੈ ਹਰੇਕ ਜੋ ਯਹੋਵਾ ਦਾ ਭੈ ਮੰਨਦਾ ਹੈ। ਧਨ ਹੈ ਹਰੇਕ ਜਿਹੜਾ ਪਰਮੇਸ਼ਰ ਦਾ ਡਰ ਮੰਨਦਾ, ਉਹ ਮੁਬਾਰਕ ਹੋਵੇਗਾ, ਭਾਗਸ਼ਾਲੀ, ਖੁਸ਼ਕਿਸਮਤ, ਲੱਕੀ, ਮੁਬਾਰਕ ਹੋਵੇਗਾ ਉਹ। ਹਾਂਜੀ। ਅਤੇ ਉਹਦੇ ਰਾਹਾਂ ਉੱਤੇ ਚੱਲਦਾ ਹੈ। ਜਿਹੜਾ ਪਰਮੇਸ਼ਰ ਦੇ ਮਾਰਗਾਂ ਤੇ ਚੱਲਦਾ ਆ, ਉਹਦੇ ਵਚਨ ਨੂੰ ਪੂਰੀਆਂ ਕਰਦਾ ਆ, ਉਹ ਮੁਬਾਰਕ ਹੋਵੇਗਾ। ਹਾਂਜੀ। ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਂਗਾ। ਦੇਖੋ ਇੱਥੇ ਵੀ ਗੱਲ ਮਿਹਨਤ ਦੀ ਆ ਗਈ ਹੈ। ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਂਗਾ, ਗਰੰਟੀ ਦੇ ਨਾਲ। ਖੁਦਾ ਤੁਹਾਡੇ ਹੱਥਾਂ ਦੀ ਮਿਹਨਤ ਨੂੰ ਵੀ ਫਲ ਦੇਵੇਗਾ, ਪਰ ਮਿਹਨਤੀ ਬਣੀਏ, ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ। ਸਰਵ ਸ਼ਕਤੀਮਾਨ ਪਰਮੇਸ਼ਰ ਆਪਣੀ ਕਿਰਪਾ ਬਹਾਲ ਕਰੇਗਾ। ਪ੍ਰਾਰਥਨਾ ਦੇ ਵਿੱਚ ਸਮਾਂ ਬਤੀਤ ਕਰੀਏ, ਉਹਦੀ ਹਜ਼ੂਰੀ 'ਚ ਬੈਠੀਏ। ਇੱਕ ਇੱਕ ਪਲ ਦਾ ਖੁਦਾ ਤੁਹਾਨੂੰ ਫਲ ਦੇਵੇਗਾ। ਪੂਰੀ ਐਤ ਪੜ੍ਹੀਏ। ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਂਗਾ। ਅੱਗੇ, ਤੂੰ ਧਨ ਹੋਵੇਗਾ ਤੇ ਤੇਰਾ ਭਲਾ ਹੋਵੇਗਾ। ਤੂੰ ਧਨ ਹੋਵੇਗਾ ਤਾਂ ਤੇਰਾ ਕੀ ਹੋਵੇਗਾ? ਇਮਾਨਦਾਰਾਂ ਦਾ, ਮਿਹਨਤੀਆਂ ਦਾ, ਬੇਈਮਾਨੀ ਵਾਲਿਆਂ ਦਾ, ਠੱਗੀ ਕਰਨ ਵਾਲਿਆਂ ਦਾ ਭਲਾ ਨਹੀਂ ਹੋਵੇਗਾ। ਜਿਹੜੇ ਇਮਾਨਦਾਰ ਨੇ, ਮਿਹਨਤੀ ਨੇ, ਪਰਮੇਸ਼ਰ ਉਹਨਾਂ ਦੀ ਮਿਹਨਤ ਨੂੰ ਫਲ ਦਿੰਦਾ। ਮਿਹਨਤੀ 'ਚ ਇੱਕ ਕੁਆਲਿਟੀ ਹੁੰਦੀ ਆ ਕਿ ਖੁਦਾ ਨੇ ਮੈਨੂੰ ਬਰਕਤ ਦੇਣੀ ਹੈ। ਮਿਹਨਤੀ ਬੰਦਾ ਖੁਦਾ ਤੇ ਭਰੋਸਾ ਰੱਖਦਾ ਆ। ਤਾਂ ਜਿਹੜੇ ਖੁਦਾ ਤੇ ਭਰੋਸਾ ਰੱਖਦੇ ਆ, ਯਰਮਯਾ ਬਿਆਨ ਕਰਦਾ 17 ਦੇ ਅਧਿਆਇ 7 'ਚ ਲਿਖਿਆ, ਮੁਬਾਰਕ ਹੈ ਜਿਹੜਾ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦਾ ਹੈ। ਮਿਹਨਤੀ ਬੰਦਿਆਂ ਤੇ ਖੁਦਾ ਖੁਸ਼ ਹੁੰਦਾ ਆ। ਮਿਹਨਤ ਕਰਨ ਵਾਲਿਆਂ ਨੂੰ ਪਰਮੇਸ਼ਰ ਪੀੜ੍ਹੀ ਦਰ ਪੀੜ੍ਹੀ ਵਧਾਉਂਦਾ ਆ। ਮਿਹਨਤ ਕਰਨ ਵਾਲਿਆਂ ਦਾ ਇੱਕ ਇੱਕ ਕਦਮ ਮੁਬਾਰਕ ਹੁੰਦਾ ਆ। ਮਿਹਨਤ ਕਰਨ ਵਾਲੇ ਜਿਹੜੇ ਕੰਮ ਨੂੰ ਹੱਥ ਲਾਉਂਦੇ ਆ, ਖੁਦਾ ਆਸ਼ੀਸ਼ ਦਿੰਦਾ ਆ। ਮਿਹਨਤ ਕਰਨ ਵਾਲੇ ਜਿਹੜਾ ਕਦਮ ਪੱਟਦੇ ਆ, ਪਰਮੇਸ਼ਰ ਉਹਨਾਂ ਦੇ ਕਦਮਾਂ ਨੂੰ ਮੁਬਾਰਕ ਕਰਦਾ ਆ। ਇਹ ਤਜਰਬਾ ਯਾਕੂਬ ਨੇ ਆਪਣੀ ਜ਼ਿੰਦਗੀ 'ਚ ਪਾਇਆ, ਦਾਊਦ ਨੇ ਆਪਣੀ ਜ਼ਿੰਦਗੀ 'ਚ ਪਾਇਆ, ਢੇਰ ਸਾਰੇ ਨਬੀਆਂ ਨੇ ਪਾਇਆ। ਪੜ੍ਹੀਏ ਉਤਪਤ ਦੀ ਪੁਸਤਕ 30 ਅਧਿਆਏ ਉਹਦੀ 30 ਐਤ। ਯਾਕੂਬ ਆਪਣੇ ਮਾਮੇ ਲਵਾਨ ਨੂੰ ਕਹਿੰਦਾ ਆ, ਪੜ੍ਹੀਏ ਧਿਆਨ ਨਾਲ ਸੁਣੀਏ। ਜਿਹਨੇ 20 ਸਾਲ ਮਿਹਨਤ ਕੀਤੀ ਤੇ ਖੁਦਾ ਨੇ ਉਹਨੂੰ ਬਰਕਤ ਦਿੱਤੀ। ਉਤਪਤ ਦੀ ਪੁਸਤਕ 30 ਅਧਿਆਏ ਉਹਦੀ 30 ਐਤ। ਹਾਂਜੀ। ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀ। ਯਾਕੂਬ ਆਪਣੇ ਮਾਮੇ ਲਵਾਨ ਨੂੰ ਕਹਿੰਦਾ, ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜਾ ਸੀਗਾ, ਪਰ ਹੁਣ ਬਹੁਤ ਵੱਧ ਗਿਆ ਹੈ। ਪਰ ਹੁਣ ਬਹੁਤ ਵੱਧ ਗਿਆ ਹੈ। ਯਹੋਵਾ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਹੈ। ਪਰਮੇਸ਼ਰ ਨੇ ਕਿੱਦਾਂ ਬਰਕਤ ਦਿੱਤੀ ਆ? ਪੈਰ ਪੈਰ ਤੇ ਤੂੰ ਪੈਰ ਪੱਟਿਆ, ਮੁਬਾਰਕ ਹੋਇਆ। ਕਦਮ ਪੱਟੇ, ਮੁਬਾਰਕ ਹੋਏ। ਆਪਾਂ ਇਹੀ ਚਾਹੁੰਦੇ ਹਾਂ, ਹਰ ਕਦਮ ਮੁਬਾਰਕ ਹੋਵੇ, ਹਰ ਪਲ ਮੁਬਾਰਕ ਹੋਵੇ, ਹਰ ਦਿਨ ਸਾਡੇ ਲਈ ਨਈ ਆਸ਼ਾ ਲੈ ਕੇ ਆਵੇ, ਹਰ ਦਿਨ ਸਾਡੇ ਲਈ ਨਵੀਂ ਬਰਕਤ ਲੈ ਕੇ ਆਵੇ। ਆਪਾਂ ਇਹ ਚਾਹੁੰਦੇ ਹਾਂ, ਪਰ ਇਹ ਸਾਰੀਆਂ ਆਸ਼ੀਸ਼ਾਂ ਸਿਰਜਣਹਾਰੇ ਦੇ ਹੱਥ ਦੇ ਵਿੱਚ ਹੈ। ਯਾਕੂਬ ਆਪਣੇ ਮਾਮੇ ਨੂੰ ਇਹ ਗੱਲ ਕਹਿ ਰਿਹਾ ਆ ਕਿ ਪਰਮੇਸ਼ਰ ਨੇ ਪੈਰ ਪੈਰ ਤੇ ਤੈਨੂੰ ਬਰਕਤ ਦਿੱਤੀ ਆ। ਪਹਿਲਾਂ ਥੋੜਾ ਸੀ, ਪਰ ਮੇਰੇ ਆਉਣ ਨਾਲ ਤੇਰੇ ਕੋਲ ਵੱਧ ਗਿਆ। ਇਮਾਨਦਾਰ ਮਿਹਨਤੀ ਜਿੱਥੇ ਵੀ ਜਾਂਦੇ ਨੇ, ਪਰਮੇਸ਼ਰ ਉਹਨਾਂ ਨੂੰ ਦੁਨੀਆ ਲਈ ਬਰਕਤ ਦਾ ਕਾਰਨ ਬਣਾਉਂਦਾ ਆ। ਮਿਹਨਤੀ ਬਣੀਏ, ਸੁਸਤੀ ਤੇ ਆਲਸ ਨਾ ਕਰੀਏ, ਲਾਪਰਵਾਹ ਨਾ ਹੋਈਏ। ਮਿਹਨਤ ਕਰਨ ਵਾਲਿਆਂ ਨੂੰ ਖੁਦਾ ਮੁਬਾਰਕ ਕਰਦਾ ਆ। ਮਿਹਨਤੀ ਸਦਾ ਅੱਗੇ ਵਧਦਾ ਚਲਾ ਜਾਂਦਾ ਆ। ਇਹ ਕਾਰਨ ਹੈ ਕਿ ਯਾਕੂਬ ਨੂੰ ਪਰਮੇਸ਼ਰ ਨੇ ਸਾਰੀ ਦੁਨੀਆ ਲਈ ਬਰਕਤ ਦਾ ਕਾਰਨ ਬਣਾਇਆ, ਕਿਉਂਕਿ ਉਹ ਮਿਹਨਤੀ ਸੀ, ਜਿਹਦੇ ਕਾਰਨ ਪਰਮੇਸ਼ਰ ਨੇ ਉਹਦੇ ਮਾਮੇ ਲਵਾਨ ਨੂੰ ਵੀ ਬਰਕਤ ਦਿੱਤੀ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਹੈ, ਪੜ੍ਹੀਏ ਔਰ ਧਿਆਨ ਦੇ ਨਾਲ ਸੁਣੀਏ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ। ਜਿਹੜੇ ਮਿਹਨਤੀ ਨੇ, ਖੁਦਾ ਉਹਨਾਂ ਨੂੰ ਸਦਾ ਹੀ ਆਸ਼ੀਸ਼ਾਂ ਨਾਲ ਭਰਦਾ ਆ, ਤੇ ਰੂਹਾਨੀ ਤੌਰ ਤੇ ਵੀ ਉਹ ਉੱਨਤੀ ਤੇ ਤਰੱਕੀ ਕਰਦੇ ਨੇ। ਪਰਮੇਸ਼ਰ ਉਹਨਾਂ ਨੂੰ ਦੁਨੀਆ ਲਈ ਬਰਕਤ ਦਾ ਕਾਰਨ ਬਣਾਉਂਦਾ। ਯੂਸਫ ਯਾਕੂਬ ਦਾ ਪੁੱਤਰ ਮਿਹਨਤੀ ਸੀ, ਜਿੱਥੇ ਵੀ ਗਿਆ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ। ਉਸ ਘਰ ਨੂੰ ਬਰਕਤ ਦਿੱਤੀ। ਪੋਟੀਫਰ ਦੇ ਘਰ 'ਚ ਰਿਹਾ, ਉੱਥੇ ਬਰਕਤ ਆ ਗਈ। ਯੂਸਫ ਦੇ ਕਾਰਨ ਆ ਗਈ। ਸਾਰੀਆਂ ਚੀਜ਼ਾਂ 'ਚ ਬਰਕਤ ਆ ਗਈ। ਆਪਾਂ ਚਾਹੁੰਦੇ ਹਾਂ ਕਿ ਖੁਦਾ ਬਰਕਤਾਂ ਦੇਵੇ, ਤੇ ਸਾਡੇ ਲਈ ਜ਼ਰੂਰਤ ਹੈ ਕਿ ਅਸੀਂ ਮਿਹਨਤੀ ਬਣੀਏ, ਪ੍ਰਾਰਥਨਾ 'ਚ ਸਮਾਂ ਬਤੀਤ ਕਰੀਏ, ਸੱਜੇ ਖੱਬੇ ਵਿਅਰਥ ਬੈਠਣਾ ਛੱਡੀਏ। ਪਹਿਲਾ ਜ਼ਬੂਰ ਘਰ ਜਾ ਕੇ ਪੜ੍ਹਿਓ, ਉੱਥੇ ਲਿਖਿਆ, ਧੰਨ ਹੈ ਮਨੁੱਖ ਜਿਹੜਾ ਪਾਪੀਆਂ ਦੀ, ਜਿਹੜਾ ਰਸਤਿਆਂ 'ਚ ਖੜਾ ਨਹੀਂ ਹੁੰਦਾ, ਜਿਹੜਾ ਮਖੌਲੀਆਂ ਦੀ ਜੁੰਡੀ 'ਚ ਨਹੀਂ ਬਹਿੰਦਾ।
ले जबूर दे विच लिखिया आ, वो यहोवा की व्यवस्था च मगन रहिंदा, जिहड़ा परमेश्वर के वचन च मगन रहिंदा उस विरछ की तरह आ जिहड़ा रात दिन अपना फल दिंदा, जिहदे गर्मी दे विच भी पत्ते नहीं कमलाउंदे और जो कुछ भी करदा वो सफल हुंदा आ। इसलिए मेहनतियां नूं खुदा दुनिया लई बरकत दा कारण बनाउंदा। इसलिए परमेश्वर दा जन संत पौलस पराइयां कौमां लई ठहराया गया नबी रोम दी कलीसिया नूं भी पत्तर दे विच इस गल तो जाणू कराउंदा है। जिहड़े रूहानी तौर ते वधना चाहुंदे ने, जिहड़े सेवा करना चाहुंदे ने, उन्हां दे लई भी अति ज़्यादा जरूरी है कि वह अपना समा खुदा दी हजूरी च वध तो वध बतीत करन। जे बतीत करोगे तो एक दिन परमेश्वर तुहानू इस्तेमाल करेगा, एक दिन खुदा अपना जलाल तुहाडे ते प्रगट करेगा। पढ़िए ध्यान नाल सुनिए रोमियां दी पत्री 12 अध्याय ओदी 11 आयत। ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ। रोमियां दी पत्री 12 अध्याय ओदी 11 आयत फिर पढ़िए ध्यान नाल सुनिए। ਮਿਹਨਤ ਵਿੱਚ ਢਿੱਲੇ ਨਾ ਹੋਵੋ। हाँ, मेहनत विच ढिले ना होवो। ढिला इंसान कदी आशीष नहीं पा सकता। यशाया 35 अध्याय दे विच लिखिया, ढिले हत्थां नूं तकड़िया करो, भिड़दे गोडियां नूं मजबूत करो, धड़कदे दिल वालियां नूं आखो कि यहोवा परमेश्वर बदले नाल आवेगा, तुहाडीआं मेहनतां दा तुहानूं फल देवेगा। ढिले हथ, भिड़दे गोडे, धड़कदा दिल, ये खुदा नूं पसंद नहीं हो। वो हथ जिहड़े सरगर्मी नाल खुदा दे काम करदे ने, वो हथ जिहड़े मेहनत करन विच भरोसा करदे ने, वो पैर, वो गोडे जिहड़े खुदा वल दे कम्मां लई दौड़दे ने। रिबका वांग रिबका ने दौड़ दौड़ के अलीअजर दे नौकरां दी, साथियां दी, ऊठां दी सेवा कीती। ये उहदा फल है कि परमेश्वर ने रिबका नूं सारी दुनिया लई बरकत दा कारण बनाया। मुड़ के उहनूं उत्थे पानी भरन दे लई नहीं आउणा पिया। मेहनतियां दी खुदा जगह चेंज कर दिंदा, समय चेंज कर दिंदा, हालात चेंज कर दिंदा आ। परमेश्वर उन्हां नूं दुनिया लई बरकत दा कारण बनाउंदा आ। इसलिए ये गल्लां यशाया 35 अध्याय च बयान करदा। यशाया पढ़ांगे नहीं। ढिले हत्थां नूं तकड़ियां करो, भिड़दे गोडियां नूं मजबूत करो, धड़कदे दिल वालियां नूं आखो कि परमेश्वर बट्टे नाल आवेगा ते तुहानूं बदला देवेगा। किहड़ी गल दा? जिहड़ी तुसीं मेहनत करदे हो, परमेश्वर उहदा वट्टा तुहानूं जरूर देवेगा। इसलिए संत पौलस बयान करदे, पराइयां कौमां लई ठहराया गया नबी बयान करदा आ। पढ़िए ध्यान नाल सुनिए। हाँ जी, ਮਿਹਨਤ ਵਿੱਚ ਢਿੱਲੇ ਨਾ मेहनत ਹੋਵੋ। विच ढिले ना होवो, ਆਤਮਾ ਵਿੱਚ ਸਰਗਰਮ ਰਹੋ। आत्मा विच सरगर्म रवो। ਪ੍ਰਭੂ ਦੀ ਸੇਵਾ ਕਰਿਆ ਕਰੋ। लो जी, प्रभु दी सेवा, जिहड़े सेवा करना चाहुंदे आ, जिहड़े चाहुंदे खुदा सानू इस्तेमाल करे, जिहड़े सेवा करना चाहुंदे आ, उन्हां नूं सरगर्म होना पैना आ। ते सरगर्म होण वालियां लई जरूरी आ कि वो मेहनत करन। उर्दू वांगू पिछियों शुरू करांगे। जिहड़े सेवा करना चाहुंदे आ, उन्हां नूं की करना चाहिदा? सरगर्म होना पैना। ते सरगर्म कौन होवेगा? जिहड़ा मेहनत करेगा। तो जिहड़ा मेहनत ही नहीं करदा, वो सरगर्म भी नहीं हो सकदा। ते जे सरगर्म नहीं गए तो फिर असीं किसे नूं सरगर्म कर भी नहीं सकदे। जिहड़े बल्ब दा अपना ही फिलामेंट झड़िया होवे, वो किसे नूं की रोशनी कर सकदा है? रोशनी तो वही बल्ब करेगा जिहदा फिलामेंट सही है। जिहदे फिलामेंट च करंट जाऊगा तो रोशनी देन लग पऊगा। तो जिहदा अपना ही बल्ब दा फिलामेंट झड़िया होया आ ते वो किसे नूं रोशनी नहीं कर सकदा। जिहड़ी पखे दी मोटर अपनी सड़ी हुई है, वो किसे नूं हवा दे, तो जिहड़ा आप ही बंदा ढिला आ, वो किसे नूं की सरगर्म कर सकदा आ? जिहड़ा सरगर्म है ਉਹੀ दूजे नूं सरगर्म कर सकता है। जिहड़ा खड़ा आ ਉਹੀ डिगे होए नूं खड़ा कर सकदा। ताली मारिए जोर दे नाल। इसलिए खुदा दा कलाम साडे तो मंग करदा, सरगर्म होइए। जे सेवा करनी आ, जे दूजियां दे लई बरकत दा कारण बनना, जे परिवारां दीयां लोड़ां जरूरतां पूरीआं करनियां ते आर्थिक तौर ते भी मेहनत करन दे लई सरगर्म होना चाहिदा आ। तद ही असीं दूजियां लई आर्थिक तौर ते और रूहानी तौर ते बरकतां दा कारण बन सकदे हां। क्योंकि परमेश्वर दा वचन खुदा दा जन बयान करदा, 1 कुरिन्थिया 15 अध्याय
ਉਹਦੀ 57 ਤੇ 58 ਐਤ ਪੜ੍ਹੀਏ। ਸਮਾਪਤੀ ਵੱਲ ਜਾ ਰਹੇ ਹਾਂ। ਖੁਦਾ ਤੁਹਾਨੂੰ ਬਰਕਤ ਦੇਵੇ। ਪਰ ਧੰਨਵਾਦ ਹੈ ਪਰਮੇਸ਼ਰ ਦਾ, ਧੰਨਵਾਦ ਹੈ ਪਰਮੇਸ਼ਰ ਦਾ, ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਜੋ ਪ੍ਰਭੂ ਯੀਸ਼ੂ ਮਸੀਹ ਦੇ ਵਸੀਲੇ ਸਾਨੂੰ ਫਤਿਹ ਬਖਸ਼ਦਾ ਆ। ਸੋ ਹੇ ਮੇਰੇ ਪਿਆਰੇ ਭਰਾਵੋ, ਇਹ ਮੇਰੇ ਪਿਆਰੇ ਭਰਾਵੋ, ਤੁਸੀਂ ਅਸਥਿਰ ਅਤੇ ਅਡੋਲ ਹੋਵੋ ਅਸਥਿਰ ਮਜ਼ਬੂਤ ਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵਾਧੇ ਪ੍ਰਭੂ ਜਾਓ, ਦੇ ਕੰਮ ਵਿੱਚ ਸਦਾ ਵਾਧੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ। ਹਾਲੇਲੂਇਆ। ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਕੀਤੀ ਹੋਈ ਮਿਹਨਤ ਤੁਹਾਡੀ ਵਿਅਰਥ, ਯੀਸ਼ੂ ਮਸੀਹ ਦੇ ਵਿੱਚ ਕੀਤੀ ਹੋਈ ਮਿਹਨਤ ਵਿਅਰਥ ਨਹੀਂ। ਇੱਕ ਇੱਕ ਪਲ ਦਾ ਵੀ ਖੁਦਾ ਤੁਹਾਨੂੰ ਹਿਸਾਬ ਦੇਵੇਗਾ। ਇੱਕ ਇੱਕ ਕੀਤੀ ਹੋਈ ਨੇਕੀ ਦਾ ਵੀ ਫਲ ਦੇਵੇਗਾ। ਇੱਕ ਇੱਕ ਪਲ ਦਾ ਤੁਹਾਨੂੰ ਹਿਸਾਬ ਦੇਵੇਗਾ। ਦੂਜੇ ਲਈ ਮੰਗੇ ਭਲੇ ਦਾ ਵੀ ਤੁਹਾਨੂੰ ਫਲ ਦੇਵੇਗਾ। ਪਰਮੇਸ਼ਰ ਆਪਣੀਆਂ ਰਹਿਮਤਾਂ ਬਹਾਲ ਕਰੇਗਾ। ਮੱਤੀ 25 ਅਧਿਆਏ ਦੇ ਵਿੱਚ ਸਵਰਗ ਰਾਜ ਦੀ ਤੁਲਨਾ ਉਸ ਮਾਲਕ ਨਾਲ ਕੀਤੀ ਗਈ ਆ ਜਿਹੜਾ ਆਪਣੇ ਕੁਛ ਤੋੜੇ ਮਾਲ ਨੌਕਰਾਂ ਨੂੰ ਦੇ ਕੇ ਦੂਰ ਦੇਸ਼ ਨੂੰ ਚਲਾ ਗਿਆ ਕਿ ਮੁੜ ਕੇ ਆ ਕੇ ਉਹਨਾਂ ਤੋਂ ਹਿਸਾਬ ਲਵੇ। ਅਸੀਂ ਬਾਈਬਲ 'ਚ ਪੜ੍ਹਦੇ ਹਾਂ ਇੱਕ ਨੂੰ 5 ਤੋੜੇ ਦਿੱਤੇ ਗਏ। ਉਹਨੂੰ ਵੱਧ ਕਿਉਂ ਦਿੱਤਾ ਗਿਆ ਸੀ? ਦੂਜੇ ਨੂੰ 2, ਤੀਜੇ ਨੂੰ 1 ਦਿੱਤਾ ਗਿਆ। ਤਿੰਨੇ ਨੌਕਰਾਂ ਨੂੰ ਮਾਲਕ ਪਹਿਲੇ ਨੂੰ 5 ਤੋੜੇ, ਦੂਜੇ ਨੂੰ 2 ਤਾਂ ਤੀਜੇ ਨੂੰ 1 ਦੇ ਕੇ ਗਿਆ। ਪਹਿਲੇ ਨੂੰ 5 ਕਿਉਂ ਮਿਲੇ? ਵੱਧ ਕਿਉਂ ਮਿਲੇ? ਆਪਾਂ ਸਾਰੇ ਵੱਧ ਚਾਹੁੰਦੇ ਆ, ਆਪਾਂ ਸਾਰੇ ਵੱਧ ਆਸ਼ੀਸ਼ ਚਾਹੁੰਦੇ ਆ, ਪਰ ਕਲਾਮ ਬਿਆਨ ਕਰਦਾ ਉਹਨੂੰ ਵੱਧ ਮਿਲੇ ਕਿਉਂ ਸੀਗੇ? ਉਹ ਲਾਪਰਵਾਹ ਨਹੀਂ ਸੀ, ਉਹ ਸੁਸਤ ਨਹੀਂ ਸੀਗਾ, ਬਲਕਿ ਉਹ ਵਫਾਦਾਰ ਸੀ। ਉਹਦੇ 'ਚ ਸਰਗਰਮੀ ਸੀ, ਉਹਦੇ 'ਚ ਦਿਖਾਵਾ ਹੈ ਨਹੀਂ ਸੀਗਾ ਕਿ ਮਾਲਕ ਚਲਾ ਗਿਆ, ਕੋਈ ਨਹੀਂ, ਮਹੀਨੇ 2 ਮਹੀਨਿਆਂ ਨੂੰ ਜਦੋਂ ਆਊਗਾ, ਜਦੋਂ ਆਉਣ ਤੋਂ ਪਹਿਲਾਂ ਕੰਮ ਸ਼ੁਰੂ ਕਰ ਲਵਾਂਗੇ। ਉਹ ਲਾਪਰਵਾਹ ਨਹੀਂ ਸੀਗਾ, ਉਹ ਦਿਖਾਵਾ ਕਰਨ ਵਾਲਾ ਨਹੀਂ ਸੀਗਾ, ਉਹ ਮਿਹਨਤੀ ਸੀ। 25 ਅਧਿਆਇ ਉਹਦੀ 16 ਤੋਂ ਪੜ੍ਹੀਏ, ਉਹਦੀ ਕੁਆਲਿਟੀ ਨਜ਼ਰ ਆਉਂਦੀ ਹੈ ਇੱਕੋ ਸ਼ਬਦ ਤੋਂ। ਪੜ੍ਹਦੇ ਹੀ ਉਸ ਤੋਂ ਬਾਅਦ ਪ੍ਰਾਰਥਨਾ ਕਰਾਂਗੇ। ਮੱਤੀ ਦੀ ਅੰਜੀਲ 25 ਅਧਿਆਇ ਉਹਦੀ 16 ਹਾਂਜੀ। ਜੇ ਨੇ 5 ਤੋੜੇ ਲਏ ਸਨ, ਲਓ ਜੀ, ਜਿਹਨੂੰ 5 ਮਿਲੇ ਸਨ ਉਹਨੇ ਝੱਟ ਜਾ ਕੇ ਉਸ ਨਾਲ ਵਣਜ ਵਪਾਰ ਕੀਤਾ, ਉਹਨੇ ਝੱਟ ਜਾ ਕੇ ਉਹਦੇ ਨਾਲ ਵਣਜ ਵਪਾਰ ਕੀਤਾ। ਝੱਟ ਬਸ ਹੋਰ 5 ਤੋੜੇ ਕਮਾਏ। ਇੱਕੋ ਹੀ ਗੱਲ ਸਮਝਣੀ ਆ, ਝੱਟ। ਕੋਈ ਆਲਸ ਨਹੀਂ, ਕੋਈ ਸੁਸਤੀ ਨਹੀਂ, ਕੋਈ ਲਾਪਰਵਾਹ ਨਹੀਂ, ਕੋਈ ਦਿਖਾਵਾ ਨਹੀਂ। ਕਿਹੜਾ ਮਾਲਕ ਹੈਗਾ ਆ? ਮਾਲਕ ਕਿਹੜਾ ਦੇਖਦਾ ਆ? ਝੱਟ ਇੱਕਦਮ ਮਾਲਕ ਨੇ ਜਿਹੜਾ ਕੰਮ ਦਿੱਤਾ, ਜਿਹੜਾ ਹੁਕਮ ਦਿੱਤਾ, ਜਿਹਦੇ ਲਈ ਤੋੜੇ ਦੇ ਕੇ ਗਿਆ, ਉਹ ਕੰਮ ਉਹਨੇ ਸ਼ੁਰੂ ਉਸੇ ਵੇਲੇ ਹੀ ਕਰ ਦਿੱਤਾ। ਤੁਹਾਡੀ ਆਸ਼ੀਸ਼ ਕਲਾਮ ਦੇ ਵਿੱਚ ਹੈ, ਤੁਹਾਡੀਆਂ ਆਸ਼ੀਸ਼ਾਂ ਮਿਹਨਤਾਂ ਦੇ ਵਿੱਚ ਹੈ। ਜੇ ਮਿਹਨਤ ਨਹੀਂ ਕਰਦੇ, ਜਿੰਨੀਆਂ ਮਰਜ਼ੀ ਦੁਆਵਾਂ ਕਰਾਈ ਜਾਓ, ਉਹਦਾ ਕੋਈ ਲਾਭ ਨਹੀਂ ਹੋਣਾ। ਆਖਰ ਤੁਹਾਨੂੰ ਹੀ ਮਿਹਨਤ ਕਰਨੀ ਪੈਣੀ ਹੈ। ਆਖਰ ਤੁਹਾਨੂੰ ਹੀ ਪਰਮੇਸ਼ਰ ਦਾ ਵਚਨ ਪੂਰਾ ਕਰਨਾ ਪੈਣਾ ਆ। ਮਾਂ ਇੱਕ ਬੱਚੇ ਨੂੰ ਜ਼ਬਰਦਸਤੀ ਜ਼ੋਰ ਦੇ ਨਾਲ ਦੁੱਧ ਪਿਲਾ ਵੀ ਦੇਵੇ, ਪਰ ਜੇ ਬੱਚੇ ਦਾ ਮੈਦਾ ਕੰਮ ਨਹੀਂ ਕਰਦਾ, ਹਾਜ਼ਮ ਤਾਂ ਦੁੱਧ ਬੱਚੇ ਦੇ ਅੰਦਰਲੇ ਮਸ਼ੀਨਰੀ ਨਹੀਂ ਕਰਨਾ ਆ। ਜੇ ਧੱਕੇ ਨਾਲ ਪਿਲਾ ਵੀ ਦਿੱਤਾ ਤੇ ਉਹ ਬਾਹਰ ਆ ਜਾਣਾ ਆ। ਜੇ ਮਸ਼ੀਨਰੀ ਸਹੀ ਨਹੀਂ ਗਈ ਅੰਦਰੋਂ, ਤੇ ਉਹ ਧੱਕੇ ਨਾਲ ਪਿਲਾਇਆ ਹੋਇਆ ਦੁੱਧ ਵੀ ਕੀ ਹੋ ਜਾਣਾ? ਬਾਹਰ। ਹਾਜ਼ਮ ਤਾਂ ਬੱਚੇ ਦੀ ਮਸ਼ੀਨਰੀ ਨੇ ਹੀ ਕਰਨਾ ਆ। ਇਸ ਲਈ ਤੁਹਾਨੂੰ ਹੀ ਮਿਹਨਤ ਕਰਨੀ ਪੈਣੀ ਹੈ। ਤਦੇ ਹੀ ਖੁਦਾ ਨੇ ਤੁਹਾਨੂੰ ਬਰਕਤਾਂ ਦੇ ਹੱਕਦਾਰ ਬਣਾਉਣਾ ਆ। ਇਹਨੂੰ 5 ਕਿਉਂ ਮਿਲੇ ਸੀ? ਕਿਉਂਕਿ ਇਹਦੇ 'ਚ ਸਰਗਰਮੀ ਸੀ, ਆਗਿਆਕਾਰ ਸੀ, ਵਫਾਦਾਰ ਸੀ, ਦਿਖਾਵਾ ਹੈ ਨਹੀਂ ਸੀਗਾ। ਇਸੇ ਲਈ ਇਹਦੇ ਲਈ ਸ਼ਬਦ ਬੋਲਿਆ ਗਿਆ ਝੱਟ, ਦੂਜਿਆਂ ਲਈ ਨਹੀਂ ਬੋਲਿਆ ਗਿਆ। ਤਦੇ ਉਹਨੂੰ 5 ਮਿਲੇ ਸੀ। ਮਾਲਕ ਨੇ ਉਹਦੀ ਕੁਆਲਿਟੀ ਵੇਖ ਲਈ ਸੀ। ਆਪਾਂ ਸਾਰੇ ਵਧਣਾ ਚਾਹੁੰਦੇ ਆ, ਸਾਰੇ ਆਸ਼ੀਸ਼ ਲੈਣਾ ਚਾਹੁੰਦੇ ਆ। ਪਰਮੇਸ਼ਰ ਸਾਡੀ ਅੰਦਰਲੀ ਕੁਆਲਿਟੀ ਵੇਖਦਾ ਆ। ਗੁਣ ਦੇ ਮੁਤਾਬਕ, ਕੁਆਲਿਟੀ ਦੇ ਮੁਤਾਬਕ ਸਾਨੂੰ ਆਸ਼ੀਸ਼ ਦਿੰਦਾ ਆ। ਜਿਹਨੂੰ 2 ਦਿੱਤੇ ਗਏ, 2 ਨਾਲ 2 ਕਮਾ ਲਏ। ਜਿਹਨੂੰ 1 ਮਿਲਿਆ, ਉਹਦੇ 'ਚ ਇਮਾਨਦਾਰੀ ਨਹੀਂ ਸੀ, ਵਫਾਦਾਰੀ ਨਹੀਂ ਸੀਗੀ, ਉਹਦਾ ਸਿਰਫ ਗੱਲਾਂ ਦੇ ਉੱਤੇ ਜ਼ੋਰ ਸੀ। ਕੀ ਕਹਿੰਦਾ ਮਾਲਕ ਨੂੰ? ਕਹਿੰਦਾ ਮੈਂ ਸੋਚਿਆ ਤੁਸੀਂ ਕਰੜੇ ਹੋ। ਇਹ ਘਰ ਜਾ ਕੇ ਪੜ੍ਹ ਲਿਓ।
ਕਹਿੰਦਾ ਮੈਂ ਸੋਚਿਆ ਮਾਲਕ ਨੂੰ, ਕਹਿੰਦਾ ਤੁਸੀਂ ਕੀ ਹੋ? ਕਰੜੇ ਹੋ, ਜਿੱਥੇ ਬੀਜਿਆ ਹੀ ਨਹੀਂ ਉੱਥੋਂ ਵੜਦੇ ਹੋ। ਜੇ ਤੈਨੂੰ ਇੰਨਾ ਹੀ ਪਤਾ ਆ ਤੇ ਡਰ ਤਾਂ ਹੈ ਹੀ ਨਹੀਂ, ਗੱਲਾਂ ਤੇ ਹੀ ਜ਼ੋਰ ਹੈ। ਤਦੇ ਕਹਾਵਤਾਂ 'ਚ ਪੜਿਆ, ਬੁੱਲਾਂ ਦੇ ਬਕਵਾਸ ਨਾਲ ਥੁੜ ਰਵੇਗੀ। ਕਈ ਬੰਦੇ ਗੱਲਾਂ 'ਚ ਹੀ ਘਰ ਪੂਰਾ ਕਰ ਦਿੰਦੇ ਨੇ। ਖੁਦਾ ਉਹਨਾਂ ਤੇ ਖੁਸ਼ ਹੁੰਦਾ ਜਿਹੜੇ ਕੰਮ ਕਰਕੇ ਦਿਖਾਉਂਦੇ ਨੇ ਖੁਦਾ ਨੂੰ, ਜਿਹੜੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਦੇ ਨੇ। ਇਸ ਲਈ ਮਾਲਕ ਨੇ ਕ੍ਰੋਧ ਵਿੱਚ ਆ ਕੇ ਕਿਹਾ, ਕਹਿੰਦਾ ਜਿਹੜਾ ਇਹਨੂੰ ਇੱਕ ਤੋੜਾ ਦਿੱਤਾ ਗਿਆ ਲੈ ਲਓ ਤੇ ਉਹਨੂੰ ਦੇ ਦਿਓ। ਜਿਹਨੇ 5 ਨਾਲ 5 ਹੋਰ ਕਮਾਏ ਉਹਦੇ ਕੋਲ 10 ਹੋ ਗਏ ਤੇ 11ਵਾਂ ਨੂੰ ਇਨਾਮ ਵਿੱਚ ਮਿਲਿਆ। ਤਾਲੀ ਮਾਰੀਏ। ਇਨਾਮ ਵਿੱਚ ਮਿਲਿਆ। ਮਿਹਨਤੀਆਂ ਤੇ ਖੁਦਾ ਖੁਸ਼ ਹੁੰਦਾ ਆ। ਮਿਹਨਤੀਆਂ ਨੂੰ ਖੁਦਾ ਦੁਨੀਆ ਲਈ ਬਰਕਤ ਦਾ ਕਾਰਨ ਬਣਾਉਂਦਾ ਆ। ਇਹ ਜ਼ਮੀਨ ਤੇ ਰਹਿੰਦਿਆਂ ਵੀ ਮਿਹਨਤੀ ਬਣੀਏ ਤੇ ਰੂਹਾਨੀ ਤੌਰ ਤੇ ਵੀ ਮਿਹਨਤ ਕਰਨ ਵਾਲੇ ਬਣੀਏ ਤੇ ਮਿਹਨਤੀਆਂ ਨੂੰ ਖੁਦਾ ਇਸਤੇਮਾਲ ਕਰਦਾ ਤੇ ਦੁਨੀਆ ਲਈ ਬਰਕਤ ਦਾ ਕਾਰਨ ਬਣਾਉਂਦਾ ਹੈ। ਇਸ ਲਈ ਈਮਾਨਦਾਰ ਦਾ, ਵਿਸ਼ਵਾਸੀ ਦਾ ਮਤਲਬ ਹੀ ਈਮਾਨਦਾਰ, ਮਿਹਨਤ ਕਰਨ ਵਾਲਾ, ਖੁਦਾ ਦੇ ਵਚਨ ਨੂੰ ਪੂਰਾ ਕਰਨ ਵਾਲਾ। ਇਸ ਲਈ ਮੇਰੇ ਭਾਈ ਭੈਣੋ, ਅਤੀ ਜ਼ਿਆਦਾ ਜ਼ਰੂਰੀ ਆ ਅਸੀਂ ਵਚਨ ਦੇ ਪ੍ਰਤੀ ਵਫਾਦਾਰ ਹੋਈਏ। ਅੱਖਾਂ ਬੰਦ ਕਰੀਏ, ਪ੍ਰਾਰਥਨਾ ਕਰਾਂਗੇ। ਖੁਦਾ ਤੁਹਾਡੀ ਮਿਹਨਤ ਨੂੰ ਬਰਕਤ ਦੇਵੇਗਾ, ਹੱਥਾਂ ਦੇ ਕੰਮਾਂ ਨੂੰ ਬਰਕਤ ਦੇਵੇਗਾ। ਜਦੋਂ ਤੁਸੀਂ ਆਪਣੇ ਹੱਥ ਖੁਦਾ ਦੇ ਕੰਮ ਲਈ ਖੋਲਦੇ ਹੋ ਤੇ ਪਰਮੇਸ਼ਰ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਵੀ ਬਰਕਤ ਦੇਵੇਗਾ ਤੇ ਆਸ਼ੀਸ਼ਾਂ ਨਾਲ ਭਰੇਗਾ। ਅੱਖਾਂ ਬੰਦ ਕਰਾਂਗੇ। ਦਿਆਲੂ ਪਿਤਾ, ਜਿੰਨੇ ਤੇਰੀ ਹਜ਼ੂਰੀ 'ਚ ਆ ਗਏ ਇਹਨਾਂ ਸਾਰਿਆਂ ਤੇ ਤੇਰੀ ਆਸ਼ੀਸ਼ ਹੋ। ਇਹ ਹਜ਼ਾਰਾਂ ਲੱਖਾਂ ਤੇ ਕਰੋੜਾਂ ਲਈ ਬਰਕਤ ਦਾ ਕਾਰਨ ਬਣ। ਆਪਣੀ ਦਇਆ ਬਹਾਲ ਕਰੋ। ਪ੍ਰਭੂ ਯਿਸੂ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ।